ਹੋ ਸੁਚੇਤ ਤੇ ਨਾਲ ਸੁਚੇਤਗੀ ਦੇ, ਲੈ ਤੂੰ ਵਕਤ ਦੀ ਕਰ ਵਿਚਾਰ ਭਲਿਆ। ਹੁੰਦਾ ਵਕਤ ਦੀ ਖਾਦ ਖੁਰਾਕ ਨਾਲ, ਜੀਵਨ ਬਿਰਖ ਦਾ ਮਿੱਠਾ ਫਲ ਭਲਿਆ। ਜੀਵਨ ਬਿਰਖ ਦਾ ਮਿੱਠਾ ਫਲ ਭਲਿਆ। ਤੂੰ ਸਤ ਅਖੰਡ ਜੋਤ ਚੈਨਲ ਤੇ ਪ੍ਰੋਗਰਾਮ ਸੁਗੜ ਵਿਚਾਰ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਅੱਜ ਦੇ ਇਸ ਪ੍ਰੋਗਰਾਮ ਸੁਗੜ ਵਿਚਾਰ ਵਿੱਚ ਮੇਰਾ ਸੁਗੜ ਵਿਚਾਰ ਹੈ ਨਿਵੇਸ਼ਕ। ਪਰਮਾਤਮਾ ਵੱਲੋਂ ਇਨਸਾਨ ਨੂੰ ਸਮਝ ਸੂਝ ਦੀ ਇੱਕ ਸਪੈਸ਼ਲ ਸੁਪਰ ਪਾਵਰ ਦਿੱਤੀ ਗਈ ਹੈ, ਜੋ ਵਕਤ ਤੇ ਇਨਸਾਨ ਨੂੰ ਇੰਪੋਰਟੈਂਟ ਤੇ ਅਰਜੈਂਟ ਕੰਮ ਤੋਂ ਜਾਣੂ ਕਰਦੀ ਹੈ। ਪਰ ਕਈ ਵਾਰੀ ਇਨਸਾਨ ਸਮਝ ਦਾ ਪੱਲਾ ਛੱਡ ਉਹਨਾਂ ਇੰਪੋਰਟੈਂਟ ਕੰਮਾਂ ਤੋਂ ਪਾਸੇ ਹੋ ਆਪਣਾ ਵਕਤ ਕਿਸੇ ਗੈਰ ਜ਼ਰੂਰੀ ਕੰਮ ਵਿੱਚ ਬਤੀਤ ਕਰ ਦਿੰਦਾ ਹੈ। ਇੱਕ ਵਾਰ ਜਦੋਂ ਸਵਾਮੀ ਵਿਵੇਕਾਨੰਦ ਜੀ ਇੱਕ ਨਦੀ ਦੇ ਕਿਨਾਰੇ ਖੜੇ ਸੀ ਤਾਂ ਉੱਥੇ ਇੱਕ ਸਾਧੂ ਆਇਆ, ਜਿਸ ਨੇ ਸਵਾਮੀ ਵਿਵੇਕਾਨੰਦ ਜੀ ਨੂੰ ਪਹਿਚਾਣ ਲਿਆ, ਕਿਉਂਕਿ ਉਹ ਪਹੁੰਚੇ ਹੋਏ ਅਧਿਆਤਮਿਕ ਦਾਰਸ਼ਨਿਕ ਨੇ। ਇਸ ਲਈ ਸੁਭਾਵਿਕ ਜਿਹੀ ਗੱਲ ਸੀ ਕਿ ਦੁਨੀਆ ਜਾਣਦੀ ਏ। ਸਵਾਮੀ ਜੀ ਨੂੰ ਇਸ ਤਰ੍ਹਾਂ ਨਦੀ ਦੇ ਕਿਨਾਰੇ ਖੜੇ ਵੇਖ ਕੇ ਉਹ ਸਾਧੂ ਕਹਿੰਦਾ ਕਿ ਤੁਸੀਂ ਇੱਥੇ ਇਸ ਤਰ੍ਹਾਂ ਕਿਉਂ ਖੜੇ ਹੋ? ਤਾਂ ਸਵਾਮੀ ਵਿਵੇਕਾਨੰਦ ਜੀ ਕਹਿਣ ਲੱਗੇ ਕਿ ਮੈਂ ਨਦੀ ਪਾਰ ਕਰਕੇ ਉਸ ਪਾਰ ਜਾਣਾ ਹੈ, ਇਸ ਲਈ ਮੈਂ ਇੱਥੇ ਖੜਾ ਕਿਸ਼ਤੀ ਦਾ ਇੰਤਜ਼ਾਰ ਕਰ ਰਿਹਾ ਹਾਂ। ਸਵਾਮੀ ਜੀ ਦੀ ਇੰਨੀ ਗੱਲ ਸੁਣ ਕੇ ਉਹ ਸਾਧੂ ਹੈਰਾਨ ਜਿਹਾ ਹੋਇਆ ਤੇ ਕਹਿਣ ਲੱਗਾ ਕਿ ਤੁਸੀਂ ਅਧਿਆਤਮਿਕਤਾ ਵਿੱਚ ਇੰਨੇ ਮੰਨੇ ਪਰਮੰਨੇ ਹੋ, ਦੁਨੀਆ ਤੁਹਾਨੂੰ ਜਾਣਦੀ ਏ, ਤੁਹਾਡੇ ਤੋਂ ਸੇਧ ਲੈਂਦੀ ਏ, ਤੁਹਾਨੂੰ ਆਪਣਾ ਮਾਰਗਦਰਸ਼ਕ ਮੰਨਦੀ ਏ, ਪਰ ਤੁਸੀਂ ਤਾਂ ਇੱਕ ਨਦੀ ਨਹੀਂ ਪਾਰ ਕਰ ਸਕਦੇ। ਆਮ ਇਨਸਾਨਾਂ ਵਾਂਗ ਨਦੀ ਦੇ ਕਿਨਾਰੇ ਖੜੇ ਹੋ ਤੁਸੀਂ ਕਿਸ਼ਤੀ ਦਾ ਇੰਤਜ਼ਾਰ ਕਰ ਰਹੇ ਹੋ। ਇੰਨੀਆਂ ਗੱਲਾਂ ਕਰ ਉਹ ਸਾਧੂ ਬੜੀ ਰੋਹਬਦਾਰ ਤੇ ਹੰਕਾਰ ਪਲੀਤੀ ਸਵਰ ਵਿੱਚ ਕਹਿੰਦਾ ਕਿ ਮੈਂ ਤੁਹਾਨੂੰ ਨਦੀ ਪਾਰ ਕਰਕੇ ਦਿਖਾਉਂਦਾ ਹਾਂ ਕਿ ਨਦੀ ਕਿਵੇਂ ਪਾਰ ਕਰੀਦੀ ਹੈ। ਇਹਨਾਂ ਬੋਲ ਉਹ ਸਾਧੂ ਆਪਣੇ ਕਦਮ ਨਦੀ ਵੱਲ ਵਧਾਉਂਦਾ ਹੈ ਤੇ ਪਾਣੀ ਉੱਤੇ ਚੱਲਦਾ ਨਦੀ ਦੇ ਉਸ ਪਾਰ ਚੱਲ ਜਾਂਦਾ ਹੈ ਤੇ ਉੱਪਰੋਂ ਗੇੜਾ ਕੱਢ ਮੁੜ ਪਾਣੀ ਉੱਤੇ ਚੱਲਦਾ ਹੋਇਆ ਵਾਪਸ ਸਵਾਮੀ ਜੀ ਕੋਲ ਆ ਜਾਂਦਾ ਹੈ ਤੇ ਆ ਕੇ ਬੜੀ ਹੰਕਾਰੀ ਜਿਹੀ ਤਰਬੀਅਤ ਨਾਲ ਕਹਿੰਦਾ ਹੈ ਕਿ ਵੇਖਿਆ ਮੇਰੇ ਕੋਲ ਕਿੰਨੀ ਗਜਬ ਦੀ ਸ਼ਕਤੀ ਹੈ, ਮੈਂ ਪਾਣੀ ਉੱਪਰ ਚੱਲ ਸਕਦਾ ਹਾਂ, ਪਰ ਤੁਸੀਂ ਅਧਿਆਤਮਿਕਤਾ ਦੇ ਉੱਚ ਗਿਆਤਾ ਦੁਨੀਆ ਦੇ ਰੂਹਾਨੀ ਮਾਰਗਦਰਸ਼ਕ ਹੋਣ ਦੇ ਬਾਵਜੂਦ ਵੀ ਪਾਣੀ ਉੱਤੇ ਤੁਰ ਨਹੀਂ ਸਕਦੇ। ਸਾਧੂ ਦੀਆਂ ਹੰਕਾਰ ਵਿੱਚ ਖਚਤ ਅਜਿਹੀਆਂ ਗੱਲਾਂ ਸੁਣ ਕੇ ਸਵਾਮੀ ਵਿਵੇਕਾਨੰਦ ਜੀ ਹਲਕਾ ਜਿਹਾ ਮੁਸਕਰਾਏ ਤੇ ਮੁਸਕਰਾ ਕੇ ਕਹਿੰਦੇ ਕਿ ਤੁਹਾਨੂੰ ਇਹ ਗਜਬ ਸ਼ਕਤੀ ਪ੍ਰਾਪਤ ਕਰਨ ਵਿੱਚ ਕਿੰਨਾ ਟਾਈਮ ਲੱਗਾ ਸੀ। ਉਹਨਾਂ ਦਾ ਇਹ ਸਵਾਲ ਸੁਣ ਸਾਧੂ ਮੁੜ ਹਉਮੈ ਭਰੀ ਆਵਾਜ਼ ਵਿੱਚ ਕਹਿੰਦਾ ਕਿ ਮੈਂ 15 ਸਾਲ ਦਿਨ ਰਾਤ ਇੱਕ ਕਰਕੇ ਤਪੱਸਿਆ ਕੀਤੀ ਹੈ ਇਸ ਗਜਬ ਸ਼ਕਤੀ ਨੂੰ ਪ੍ਰਾਪਤ ਕਰਨ ਲਈ। ਅਜੇ ਦੋਨਾਂ ਦਰਮਿਆਨ ਇਹ ਸਭ ਵਾਰਤਾਲਾਪ ਚੱਲ ਹੀ ਰਹੀ ਸੀ ਕਿ ਓਨੀ ਦੇਰ ਨੂੰ ਇੱਕ ਮਲਾਹ ਨੇ ਕਿਸ਼ਤੀ ਲਿਆ ਉਹਨਾਂ ਕੋਲ ਖੜੀ ਕੀਤੀ। ਸਵਾਮੀ ਵਿਵੇਕਾਨੰਦ ਜੀ ਨੇ ਦੋਵੇਂ ਹੱਥ ਜੋੜ ਉਸ ਸਾਧੂ ਨੂੰ ਆਪਣੇ ਨਾਲ ਕਿਸ਼ਤੀ ਵਿੱਚ ਬੈਠਣ ਦੀ ਗੁਜ਼ਾਰਿਸ਼ ਕੀਤੀ। ਹੁਣ ਦੋਨੋਂ ਜਾਣੇ ਕਿਸ਼ਤੀ ਵਿੱਚ ਬੈਠੇ ਤੇ ਨਦੀ ਦੇ ਉਸ ਪਾਰ ਚਲੇ ਗਏ। ਉਸ ਪਾਰ ਪਹੁੰਚ ਸਵਾਮੀ ਜੀ ਨੇ ਆਪਣੇ ਝੋਲੇ ਵਿੱਚੋਂ 1 ਰੁਪਇਆ ਕੱਢਿਆ ਤੇ ਮਲਾਹ ਨੂੰ ਦੇ ਦਿੱਤਾ, ਕਿਉਂਕਿ ਇੱਕ ਜਾਣੇ ਦਾ ਨਦੀ ਪਾਰ ਕਰਨ ਦਾ ਕਿਰਾਇਆ 50 ਪੈਸੇ ਸੀ। ਦੋਵੇਂ ਜਾਣੇ ਕਿਸ਼ਤੀ ਚੋਂ ਉੱਤਰ ਜਦ ਅਗਾਂਹ ਵਧੇ ਤਾਂ ਉਹ ਸਾਧੂ ਅਜੇ ਵੀ ਪਾਣੀ ਉੱਪਰ ਤੁਰਨ ਵਾਲੀ ਆਪਣੀ ਗਜਬ ਸ਼ਕਤੀ ਦਾ ਹੀ ਪਾਠ ਪੜ੍ਹਦਾ ਜਾ ਰਿਹਾ ਸੀ। ਤਦ ਸਵਾਮੀ ਵਿਵੇਕਾਨੰਦ ਜੀ ਉਸ ਸਾਧੂ ਨੂੰ ਕਹਿੰਦੇ ਕਿ ਤੁਹਾਨੂੰ ਪਤਾ ਹੈ ਅਸੀਂ ਨਦੀ ਪਾਰ ਕਰਨ ਲਈ ਇੱਕ ਜਾਣੇ ਦੇ ਕਿੰਨੇ ਪੈਸੇ ਦਿੱਤੇ ਨੇ ਮਲਾਹ ਨੂੰ? ਉਹ ਸਾਧੂ ਝੱਟ ਦੀ ਨਹੀਂ ਕਹਿੰਦੇ, ਹਾਂ ਪਤਾ ਹੈ, 50 ਪੈਸੇ। ਤਾਂ ਸਵਾਮੀ ਵਿਵੇਕਾਨੰਦ ਜੀ ਬੜੇ ਹਲੀਮੀ ਭਰੇ ਲਫ਼ਜ਼ਾਂ ਨਾਲ ਕਹਿੰਦੇ ਕਿ ਜਿਹੜਾ ਕੰਮ 50 ਪੈਸਿਆਂ 'ਚ ਹੋ ਸਕਦਾ ਹੈ, ਉਸ ਕੰਮ ਲਈ ਜ਼ਿੰਦਗੀ ਦੇ 15 ਸਾਲ ਬਰਬਾਦ ਕਰਨੇ ਕਿੱਥੋਂ ਦੀ ਸਮਝਦਾਰੀ ਹੈ। ਸਵਾਮੀ ਵਿਵੇਕਾਨੰਦ ਜੀ ਉਸ ਸਾਧੂ ਨੂੰ ਕਹਿੰਦੇ ਕਿ ਅਗਰ ਇਹੀ 15 ਸਾਲ ਤੁਸੀਂ ਆਪਣੇ ਜੀਵਨ ਮਕਸਦ ਨੂੰ ਦਿੰਦੇ, ਇਹਨਾਂ 15 ਸਾਲਾਂ ਵਿੱਚ ਪ੍ਰਭੂ ਮਿਲਾਪ ਲਈ ਮੁਸ਼ੱਕਤ ਕਰਦੇ, ਤੁਹਾਡੀ ਜ਼ਿੰਦਗੀ, ਤੁਹਾਡੀ ਅਵਸਥਾ ਅੱਜ ਕੁਝ ਹੋਰ ਹੁੰਦੀ। ਇਸ ਕਹਾਣੀ ਦਰਮਿਆਨ ਦਰਸਾਈ ਸਵਾਮੀ ਵਿਵੇਕਾਨੰਦ ਜੀ ਤੇ ਇੱਕ ਸਾਧੂ ਦੀ ਵਾਰਤਾਲਾਪ ਤਕਰੀਬਨ ਸਾਡੇ ਸਭ ਦੀ ਜੀਵਨ ਜੰਜੀਰ ਦੀ ਇੱਕ ਅਹਿਮ ਕੜੀ ਹੈ, ਕਿਉਂਕਿ ਅਸੀਂ ਵੀ ਸਾਰੇ ਆਪਣੇ ਜੀਵਨ ਵਿੱਚ ਜਿਨ੍ਹਾਂ ਚੀਜ਼ਾਂ ਨੂੰ, ਜਿਨ੍ਹਾਂ ਕੰਮਾਂ ਨੂੰ ਜ਼ਿੰਦਗੀ ਲਈ, ਜੀਵਨ ਲਈ ਜ਼ਰੂਰੀ ਮੰਨ ਵਕਤ ਦਿੰਦੇ ਹਾਂ, ਉਹ ਹਰ ਚੀਜ਼ ਕਿਤੇ ਨਾ ਕਿਤੇ
ਜਾਂ ਗੈਰ ਜ਼ਰੂਰੀ ਹੋ ਜਾਂਦੀ ਹੈ। ਜੇ ਵੇਖਿਆ ਜਾਵੇ ਤਾਂ ਅਸੀਂ ਸਭ ਇਨਵੈਸਟਰ ਹਾਂ ਤੇ ਸਾਡੀ ਇਨਵੈਸਟਮੈਂਟ ਹੈ ਵਕਤ ਦੀ। ਇੱਕ ਇਨਸਾਨ ਜਦੋਂ ਸੰਸਾਰ ਵਿੱਚ ਆਉਂਦਾ ਹੈ ਤਾਂ ਉਸ ਦੀ ਵਕਤ ਰੂਪ ਕੀਤੀ ਜਾਂਦੀ ਇਨਵੈਸਟਮੈਂਟ ਦਾ ਸਫ਼ਰ ਪ੍ਰਾਰੰਭ ਹੋ ਜਾਂਦਾ ਹੈ ਤੇ ਫਿਰ ਸਾਰੀ ਉਮਰ ਅਸੀਂ ਹਰ ਸ਼ੈ ਵਿੱਚ, ਹਰ ਕੰਮ ਵਿੱਚ ਆਪਣਾ ਵਕਤ, ਆਪਣਾ ਸਾਹਾਂ ਸਵਾਸਾਂ ਰੂਪੀ ਸਰਮਾਇਆ ਇਨਵੈਸਟ ਕਰਦੇ ਹਾਂ, ਜਿਸ ਵਿੱਚ ਤਕਰੀਬਨ ਸਾਨੂੰ ਨੁਕਸਾਨ ਹੁੰਦਾ ਹੈ, ਕਿਉਂਕਿ ਸਾਹਾਂ ਸਵਾਸਾਂ ਰੂਪੀ ਅਮੁੱਲਾ ਸਮਾਂ ਸਰਮਾਇਆ ਜਦੋਂ ਅਸੀਂ ਮਟੀਰੀਅਲ ਰੂਪ ਵਸਤਾਂ ਵਿੱਚ, ਮਟੀਰੀਅਲ ਰੂਪ ਸੰਸਾਰ ਵਿੱਚ ਲਾਉਂਦੇ ਹਾਂ ਤਾਂ ਜ਼ਾਹਿਰ ਜਿਹੀ ਗੱਲ ਹੈ ਕਿ ਸਾਡਾ ਨੁਕਸਾਨ ਹੀ ਹੋਵੇਗਾ, ਕਿਉਂਕਿ ਸਾਹਾਂ ਸਵਾਸਾਂ ਰੂਪੀ ਸਮਾਂ ਸਰਮਾਇਆ ਸਾਨੂੰ ਪ੍ਰਭੂ ਮਿਲਾਪ ਲਈ ਮਿਲਿਆ ਹੈ, ਸਤਿਪੁਰਖ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਦੀ ਬੰਦਗੀ ਇਬਾਦਤ ਲਈ ਮਿਲਿਆ ਹੈ। ਤੇ ਫਿਰ ਇਹਨਾਂ ਸਾਹਾਂ ਸਵਾਸਾਂ ਨੂੰ ਜੇ ਅਸੀਂ ਸਿਰਫ ਸੰਸਾਰ ਵਿੱਚ ਸੰਸਾਰੀ ਕੰਮਾਂ ਕਾਰਾਂ 'ਚ ਨਿਵੇਸ਼ ਕਰਦੇ ਹਾਂ ਤਾਂ ਸਾਡਾ ਨੁਕਸਾਨ ਹੀ ਹੁੰਦਾ ਹੈ। ਸੋ ਇਸ ਕਹਾਣੀ ਲਈ ਜ਼ਰੂਰੀ ਹੈ ਕਿ ਸੰਸਾਰੀ ਸਮਝ ਨਾਲ ਸੰਸਾਰੀ ਕੰਮਾਂ ਕਾਰਾਂ ਵਿੱਚ, ਮਟੀਰੀਅਲ ਰੂਪ ਵਸਤਾਂ ਵਿੱਚ ਆਪਣਾ ਵਕਤ ਨਿਵੇਸ਼ ਕਰਨ ਲੱਗਿਆਂ ਇੰਨੀ ਸੁਚੇਤਗੀ ਜ਼ਰੂਰ ਰੱਖੀਏ ਕਿ ਹਰ ਚੀਜ਼ ਦੀ ਭਰਪਾਈ ਕਿਸੇ ਨਾ ਕਿਸੇ ਹੀਲੇ ਵਕਤ ਨਾਲ ਕੀਤੀ ਜਾ ਸਕਦੀ ਹੈ, ਪਰ ਗਲਤ ਤੇ ਗੈਰ ਜ਼ਰੂਰੀ ਕੰਮਾਂ ਵਿੱਚ ਨਿਵੇਸ਼ ਕੀਤੇ ਵਕਤ ਦੀ ਭਰਪਾਈ ਕਿਸੇ ਵੀ ਹੀਲੇ ਨਹੀਂ ਹੋ ਸਕਦੀ। ਇਸ ਲਈ ਵਕਤ ਦਾ ਨਿਵੇਸ਼ ਹਮੇਸ਼ਾ ਸੋਚ ਸਮਝ ਕੇ ਕਰੀਏ। ਸਤਿ ਸ੍ਰੀ ਅਕਾਲ।